ये इकट्ठ इन्ना कुछ वड्डा होना चाहिए कि इकट्ठ वेखण वेले ही जानी उन्होंने पता लगे कि हुण सानूं सवालों के जवाब देने पैणगे। पर रौला हुण है कि मिट्टी वो साडे अंदर भी बोलती है, वो पंजे तत्त साडे अंदर भी बोलते हैं। खिच ला जट्टा होए खिच तैयारी, तेरा पेचा पै गया सेंटर नाल। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਲਾ ਝਾੜ ਟੋਲ ਪਲਾਜ਼ਾ ਤੇ ਧਰਨਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਾਰੀ ਹੈ। ਉੱਥੇ ਹੀ ਅੱਜ ਇਸ ਧਰਨੇ ਦੇ ਵਿੱਚ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਕੰਵਰ ਗਰੇਵਾਲ ਨੇ ਸਟੇਜ ਤੋਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਸ ਸੰਘਰਸ਼ ਦੇ ਵਿੱਚ ਨੌਜਵਾਨਾਂ ਨੂੰ ਆਪਣਾ ਰੋਲ ਅਦਾ ਕਰਨਾ ਪੈਣਾ ਹੈ ਤੇ ਉਹਨਾਂ ਨੂੰ ਇਹਨਾਂ ਸੰਘਰਸ਼ਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲੈਣਾ ਚਾਹੀਦਾ ਹੈ। ਇਸੇ ਦੌਰਾਨ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਕਿਸਾਨਾਂ ਦੇ ਦਰਦ ਨੂੰ ਗੀਤਾਂ ਰਾਹੀਂ ਵੀ ਪੇਸ਼ ਕੀਤਾ। जिस तरह के इकट्ठ होने जथेबंदियां ये करन लगियां ने, जिस तरह तुसीं अज इत्थे हो, मैनूं तुहां दस्सिया कि उगराहां वाली जथेबंदी जिहड़ी 66 जगह ते है बई, 66 थावां ते धरने लगे हुए आ, बाकी जथेबंदियां दे भी लगे हुए आ, तां टोटल 125 तां बहुत वड्डे वड्डे इकट्ठ है। हुण ये इकट्ठ अज तो महीना पहलां वाले नहीं रह गए, जिवें विच दी कई वारी वो कामां रौली चली सी ना भी भाई नहीं सारे हुण घरों घरी हो गए 15-20 दिन आपदा जोर जा ला के, नहीं झोने तो वेले हो गए सारे हुण, तां हुण मैनूं लगदा कि सारा कोल टाइम है बहुत सोहना, ते इस टाइम नूं मैं बेनती करूंगा तुहानूं सारिआं नूं कि आपां रल मिल के लेखे लाइए। हुण इस टाइम नूं 26 तरीक तक ये इकट्ठ इन्ना कुछ वड्डा होना चाहिए कि इकट्ठ वेखण वेले ही जानी उन्होंने पता लगे कि हुण सानूं सवालों के जवाब देने पैणगे और वो जवाब साडे हक च होने चाहिए है। ਉਹਦੇ ਲਈ ਸਾਡੀ ਨੀਅਤ ਤੇ ਸਾਡੀ ਲਾਮਬੰਦੀ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਸਾਰਾ ਇਹ ਜਾਬਤਾ ਜਿਹੜਾ ਇਸੇ ਲਈ ਬੋਲਣਾ ਉੱਥੇ। ਸੋ ਪ੍ਰਧਾਨ ਸਾਹਿਬ ਬਿਲਕੁਲ ਖਰੀਆਂ ਗੱਲਾਂ ਕਰਕੇ ਗਏ ਕਿ ਭਾਈ ਜਾਬਤਾ ਇਹ ਬਹੁਤ ਜ਼ਰੂਰੀ ਹੈ, ਡਿਸਪਲਿਨ ਬਹੁਤ ਜ਼ਰੂਰੀ ਹੈ। ਅੱਜ ਸਾਡੇ ਆਉਣ ਦੇ ਦੋ ਕਾਰਨ ਹੈ, ਮੈਂ ਤੁਹਾਨੂੰ ਸਾਫ਼ ਦੱਸ ਦਿਆਂ ਕਿ ਫਿਰਦੇ ਅਸੀਂ ਵੀ 2 ਮਹੀਨਿਆਂ ਹੋਈ ਹੈ ਵੱਖ-ਵੱਖ ਧਰਨਿਆਂ ਜਿੱਥੇ ਸਾਡਾ ਲੱਗਦਾ ਅਸੀਂ ਜਾਂਦੇ ਆ ਆਪਦੀ ਹਾਜ਼ਰੀ ਲਵਾਏ ਆਉਣੇ ਆ, ਔਰ ਇਹਦੇ 'ਚ ਇਹ ਵੀ ਨਹੀਂ ਅਸੀਂ 2 ਮਹੀਨਿਆਂ ਤੋਂ ਕਿਸੇ ਤੇ ਸਾਨ ਕਰਦੇ ਫਿਰਦੇ ਆ, ਨਹੀਂ ਸਾਡਾ ਫਰਜ਼ ਹੈ, ਸਾਡੀ ਜ਼ਮੀਰ ਕਹਿੰਦੀ ਹੈ ਸਾਨੂੰ ਕਿ ਜੇ ਸਾਨੂੰ ਤੁਸੀਂ ਬਣਾਉਣ ਵਾਲੇ ਹੋ, ਸਾਰੇ ਸਾਡੇ ਗਾਣੇ ਗਾਉਣੇ ਅਸੀਂ ਸੁਣਦੇ ਕੌਣ ਹੈ, ਤੁਸੀਂ ਤਾਂ ਸੁਣਦੇ ਹੋ ਸਾਰੇ, ਇਸ ਕਰਕੇ ਸਾਨੂੰ ਲੱਗਦਾ ਅਸੀਂ ਤੇ ਬਾਕੀ ਸਾਡੇ ਪਿਓ ਦਾਦਿਆਂ ਨੇ ਵੀ ਖੇਤੀ ਕੀਤੀ ਹੈ, ਠੀਕ ਹੈ ਚੱਲ ਹੁਣ ਸਾਡੇ 4 ਗਾਣੇ ਚੱਲ ਗਏ, ਹੁਣ ਅਸੀਂ ਵੀ ਠੇਕੇ ਤੇ ਦੇ ਕੇ ਤੇ ਆਰਾਮ ਨਾਲ ਆਪਦਾ ਰਹੀ ਜਾਂਦੇ ਆ, ਖੇਤੀ ਨਹੀਂ ਕਰਦੇ। ਪਰ ਰੌਲਾ ਹੁਣ ਹੈ ਕਿ ਉਹ ਮਿੱਟੀ ਉਹ ਸਾਡੇ ਅੰਦਰ ਵੀ ਬੋਲਦੀ ਹੈ, ਉਹ ਪੰਜੇ ਤੱਤ ਸਾਡੇ ਅੰਦਰ ਵੀ ਬੋਲਦੇ ਆ। ਸੋ ਉਹੀ ਚੀਜ਼ਾਂ ਕਰਕੇ 2 ਮਹੀਨੇ ਹੋ ਗਏ ਸਾਨੂੰ ਫਿਰਦਿਆਂ ਨੂੰ। ਅੱਜ ਅਸੀਂ ਇੱਕ ਆਪਦਾ ਹੋਰ ਫਰਜ਼ ਅਦਾ ਕਰਨ ਆਏ ਆ, ਜਿੱਦਾਂ ਪ੍ਰਧਾਨ ਬਾਈ ਉਹਨਾਂ ਨੇ ਕਿਹਾ ਸੀ ਨਾ ਕਿ ਉਹ ਮਨ ਨੂੰ ਹੋਰ ਸ਼ਾਂਤੀ ਦਿੰਦਾ ਹੈ। ਸੋ ਉਸੇ ਤਹਿਤ ਅਸੀਂ ਆਪਦਾ ਫਰਜ਼ ਸਮਝ ਕੇ ਇਹ ਗੀਤ ਜਿਹੜਾ ਹੈਗਾ, ਗੀਤ ਦੇ ਬੋਲ ਹੈ ਖਿੱਚ ਲਾ ਜੱਟਾ ਹੋਏ ਖਿੱਚ ਤਿਆਰੀ, ਤੇਰਾ ਪੇਚਾ ਪੈ ਗਿਆ ਸੈਂਟਰ ਨਾਲ। ਤਾਂ ਜਿਹੜੀ ਜਵਾਨੀ ਹੈ ਸਾਡੀ ਇਹ ਗੀਤ ਭਾਲਦੀ ਹੈ ਕਿ ਇਹਨਾਂ ਨੂੰ ਸੰਗੀਤ ਦੇ ਮਾਧਿਅਮ ਨਾਲ ਜਾਂ ਸ਼ਬਦ ਦੇ ਮਾਧਿਅਮ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਸੁਣਾਈਏ ਜਿਨ੍ਹਾਂ ਨੂੰ ਇਹਨਾਂ ਨੂੰ ਵੀ ਇੱਕ ਹੱਲਾਸ਼ੇਰੀ ਜੀ ਵੱਜੇ। ਚਲੋ ਯਾਰ ਹੁਣ ਜਦੋਂ ਸਾਡੇ ਪਿਓ ਦਾਦੇ ਸਾਰੇ ਚੱਲੇ ਵੀ ਆਪਾਂ ਵੀ ਬੈਠਾਂਗੇ ਤੇ ਜਿੱਦਾਂ ਹੀ ਆਪਾਂ ਇੱਥੋਂ ਜਦੋਂ ਸੰਪੂਰਨ ਕਰਕੇ ਘਰਾਂ ਨੂੰ ਜਾਵਾਂਗੇ ਤਾਂ ਉੱਥੇ ਵੀ ਅਸੀਂ ਉਹ ਕਾਫਲੇ ਦੇ ਨਾਲ ਉਹ ਸਾਰਾ ਕਾਫਲਾ ਇਸ ਦੇ ਵਿੱਚ ਦਿਖਾਉਣਾ ਚਾਹੁੰਦੇ ਆ ਕਿ ਭਾਈ ਏਦਾਂ ਜਥੇਬੰਦੀਆਂ ਦੇ ਵਿੱਚ ਸਾਡੀਆਂ ਮਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਤੇ ਸਾਡੀ ਜਵਾਨੀ ਏਦਾਂ ਪਿਛਲੇ 2 ਮਹੀਨਿਆਂ ਤੋਂ ਹਾਜ਼ਰੀ ਲਵਾ ਰਹੀ ਹੈ। ਤਾਂ ਅਸੀਂ ਤੁਹਾਡਾ ਸਾਥ ਚਾਹੁੰਦੇ ਹਾਂ 2 ਘੰਟਿਆਂ ਦਾ, ਔਰ ਉਹਦੇ ਵਿੱਚ ਡਿਸਪਲਿਨ ਬਹੁਤ ਜ਼ਰੂਰੀ ਹੈ। ਹਾਰਫ ਨੇ ਇਹ ਗੀਤ ਲਿਖਿਆ ਹੈ, ਇਹ ਆਪਦੇ ਗੀਤ ਆਪ ਲਿਖਦਾ ਆਪ ਗਾਉਂਦਾ। ਤਾਂ ਕਈ ਦਿਨਾਂ ਤੋਂ ਮੈਂ ਹਰਫ ਨੂੰ ਕਹਿ ਰਿਹਾ ਸੀ, ਮੈਂ ਕਿਹਾ ਯਾਰ ਇੱਕ ਨਾ ਗੀਤ ਹੋਰ ਲਿਖ। ਹਾਲਾਂਕਿ ਪਹਿਲਾਂ ਆ ਗਏ ਸੀ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਜਾਂ ਅੱਖਾਂ ਖੋਲ ਪੰਜਾਬ ਸੇ ਤੇਰੇ ਘਰ ਚ ਲੁਟੇਰੇ ਵੜ ਗਏ, ਜਾਂ ਇਹਦੇ ਵਾਲਾ ਗੀਤ ਆਇਆ ਸੀ ਹਰਫ ਦਾ, ਜਾਂ ਜੱਸੇ ਨੇ ਗਾਇਆ ਸੀ ਜਾਂ ਸਿੱਪੀ ਵੀਰ ਨੇ ਗਾਇਆ ਸੀ, ਉਹ ਬਹੁਤ ਸਾਰੇ ਗਾਏ। ਲੱਗਦਾ ਸੀ ਹੁਣ 15-20 ਦਿਨ ਹੋ ਗਏ ਸੀ ਗੀਤ ਨਹੀਂ ਆਇਆ ਸੀ ਸਾਡਾ। ਸੋ ਗੀਤ ਅੱਜ ਆਪਾਂ ਤੇ ਨਾਲ ਫਿਰ ਆਪਾਂ ਸਾਰਾ ਇਹਦੀ ਸ਼ੂਟਿੰਗ ਕਰਾਂਗੇ 2 ਘੰਟੇ ਤੇ ਜਿੰਨਾ ਕੁ ਵੀ ਕਰ ਸਕਦੇ ਆ ਪੰਜਾਬ ਦੀ ਮਿੱਟੀ ਲਈ। ਸੋ ਕਿਤੇ ਨਾ ਕਿਤੇ ਬਸ ਤੁਰੇ ਫਿਰਦੇ ਆ ਹੋਕਾ ਦਿੰਦੇ, ਤੇ ਪਿਛਲੇ 2 ਮਹੀਨਿਆਂ ਤੋਂ ਇਹੀ ਕੋਸ਼ਿਸ਼ ਸੀਗੀ ਵੀ 1-2 ਗੀਤ ਕਰੇ ਜਾਣ, ਇਦਾਂ ਦੇ ਗੀਤ ਵੀ ਕਰੇ, ਜਾ ਕੇ ਫਿਜ਼ੀਕਲੀ ਵੀ ਧਰਨਿਆਂ ਦੇ ਵਿੱਚ ਆਪਦੀ ਸ਼ਮੂਲੀਅਤ ਦਿੱਤੀ, ਕਿਉਂਕਿ ਕਿਤੇ ਨਾ ਕਿਤੇ ਕੀ ਆ ਵੀ ਜਵਾਨੀ ਆ ਜਿਹੜੀ ਉਹਦੇ ਗੀਤ ਸੰਗੀਤ ਨੇੜੇ ਆ ਥੋੜਾ ਜਿਹਾ, ਉਹਨਾਂ ਨੂੰ ਗੀਤ ਸੰਗੀਤ ਦੀ ਜ਼ਿੰਦਗੀ ਲੱਗਦਾ। ਗੱਲ ਤਾਂ ਕਰੇ ਕੋਈ ਬਾਹਲੀ ਚੰਗੀ ਵੀ ਨਹੀਂ, ਕਈ ਲੋਕ ਤਾਂ
ਗੀਤਾਂ ਦੇ ਆਧਾਰ ਤੇ ਜ਼ਿੰਦਗੀ ਜਿਉਈ ਜਾਂਦੇ ਨੇ। ਮੈਨੂੰ ਲੱਗਦਾ ਜੇ ਕੋਈ ਗਾਉਣ ਵਾਲਾ, ਜੇ ਕਿਸੇ ਦਾ ਅਸਲੇ ਤੇ ਗੀਤ ਆਇਆ ਹੋਊਗਾ, ਜ਼ਰੂਰੀ ਨਹੀਂ ਵੀ ਅਸਲਾ ਰੱਖਦਾ ਹੋਵੇ 24 ਘੰਟੇ, ਗਾਉਣ ਵਾਲੇ ਵੀ ਉਹ ਗਾ ਦਿੰਦੇ ਨੇ ਤੇ ਮੁੰਡੇ ਆਪਦੀ ਜ਼ਿੰਦਗੀ 'ਚ ਲਾਗੂ ਕਰ ਲੈਂਦੇ ਨੇ ਉਹਨਾਂ ਗੀਤਾਂ ਨੂੰ। ਪਰ ਅਸੀਂ ਫੇਰ ਵੀ ਇਹੀ ਇਹਨਾਂ ਸਟੇਜਾਂ ਤੋਂ ਬੋਲਦੇ ਫਿਰਦੇ ਆ ਵੀ ਗੀਤ ਮਹਿਜ਼ ਐਂਟਰਟੇਨਮੈਂਟ ਹੀ ਹੁੰਦੇ ਨੇ, ਜਿਹੜੀ ਜ਼ਿੰਦਗੀ ਦੀ ਹਕੀਕਤ ਆ ਉਹ ਹੋਰ ਹੁੰਦੀ ਆ। ਤੇ ਅੱਜ ਜੇ ਸਮਾਜ ਬਦਲਿਆ, ਅੱਜ ਲਹਿਰ ਉੱਠੀ ਆ, ਇੱਕ ਚੰਗੀ ਲਹਿਰ ਉੱਠੀ ਆ, ਨੌਜਵਾਨ ਉਹਦੇ ਵਿੱਚ ਕੁੱਦੇ ਨੇ ਤੇ ਉਸ ਲਹਿਰ ਦੇ ਨਾਲ ਗੀਤ ਵੀ ਬਦਲਿਆ। ਜਿਵੇਂ ਬਾਈ ਨੇ ਦੱਸਿਆ ਵੀ 80 ਗੀਤ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਦੇ ਉੱਤੇ ਆਏ ਤੇ ਬਸ ਕੋਸ਼ਿਸ਼ ਇਹੀ ਆ ਵੀ 26 ਤਰੀਕ ਨੂੰ ਜਿਹੜੀ ਆਮਦਨੀ ਹੋ ਰਹੀ ਆ ਉਹਦੇ ਵਿੱਚ ਅਸੀਂ ਆਪਦਾ ਯੋਗਦਾਨ ਪਾ ਸਕੀਏ, ਚਾਹੇ ਗਾ ਕੇ ਪਾ ਸਕੀਏ। ਤੁਹਾਡੇ ਨਾਲ ਵੀ ਤੁਰਾਂਗੇ, ਤੁਹਾਡੇ ਨਾਲ ਜਾਵਾਂਗੇ। ਹੋਰਾਂ ਨੂੰ ਵੀ ਬੇਨਤੀ ਕਰਦੇ ਇਹਨਾਂ ਸਟੇਜਾਂ ਤੋਂ ਤੇ ਨੌਜਵਾਨਾਂ ਨੂੰ ਬਸ ਸਪੈਸ਼ਲੀ ਬੇਨਤੀ, ਜੋ ਪ੍ਰਧਾਨ ਜੀ ਉਹਨਾਂ ਨੇ ਇੱਥੇ ਕੀਤੀ ਖੜ ਕੇ, ਉਹ ਵੀ ਬੇਨਤੀਆਂ ਸਾਡੀਆਂ ਨੇ ਵੀ ਯਾਰ ਜ਼ਾਬਤਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ। ਕਿ ਅਸੀਂ ਤੁਹਾਡੇ ਕੋਲ ਆਇਆ, ਅਸੀਂ ਤਾਂ ਕੱਲ ਨੂੰ ਵੀ ਆ ਜਾਵਾਂਗੇ, ਪਰਸੋਂ ਨੂੰ ਵੀ ਆ ਜਾਵਾਂਗੇ। ਹੁਣ ਅਸੀਂ ਕਲਾਕਾਰ ਬਣ ਕੇ ਤਾਂ ਨਹੀਂ ਰਹੇ, ਹੁਣ ਤਾਂ ਅਸੀਂ ਇੱਕ ਕਿਸਾਨ ਦੇ ਪੁੱਤ ਬਣ ਕੇ, ਤੁਹਾਡੇ ਵਰਗੇ ਬਣ ਕੇ ਆ ਰਹੇ ਹਾਂ। ਤੇ ਇਹ ਜ਼ਾਬਤਾ ਬਹੁਤ ਜ਼ਰੂਰੀ ਹੈ, ਜ਼ਿੰਦਗੀ ਦੇ ਵਿੱਚ ਵੀ ਜ਼ਰੂਰੀ ਆ ਤੇ ਇੱਥੇ ਵੀ ਧਰਨਿਆਂ ਦੇ ਉੱਤੇ ਵੀ ਬਹੁਤ ਜ਼ਰੂਰੀ ਆ। ਕਿਉਂਕਿ ਜਿਹੜਾ ਸਾਡਾ ਮੈਸੇਜ ਜਾਣਾ, ਜੇ ਉਹ ਰੋਸ ਦੇ ਵਿੱਚ ਨਾ ਗਿਆ ਫਿਰ ਸਾਡੇ ਆਉਣ ਦਾ ਇੱਥੇ ਕੋਈ ਅਸਰ ਨਹੀਂ। ਤੇ ਗੱਲਾਂ ਸੋ ਪਹਿਲਾਂ ਬਾਈ ਨੇ ਵੀ ਕੀਤੀਆਂ ਬਹੁਤ, ਵੀ ਹੋਰ ਢੰਗਾਈ ਦੇ ਵਿੱਚ ਵੀ ਕਰ ਲਾਂਗੇ, ਆਪਾਂ ਦੁਬਾਰੇ ਬੋਲ ਲਾਂਗੇ। ਮੈਂ ਕਹਿੰਦਾ ਵੀ ਆਪਾਂ ਜਿਹੜਾ ਗੀਤ ਆ, ਜਿਹੜਾ ਅਸੀਂ ਅੱਜ ਕਰਨਾ ਵਾ ਸ਼ੂਟ, ਉਹ ਤੋਂ ਪਹਿਲਾਂ ਇੱਕ ਦੋ ਗੀਤ ਹੋਰ ਲਾਉਣੇ ਆ, ਸੁਣਨੇ ਆ। ਤੁਸੀਂ ਗਾਣਾ ਲਾ ਲਈਏ ਕਦਾ? ਹਾਂ, ਇਦਾਂ ਦੇ ਮੈਂ ਜਿਹੜੇ ਭਰਾ ਆਪਣੇ ਕੋਲੇ ਚੱਲ ਕੇ ਆਏ ਨੇ, ਆਪਣੇ ਦੁੱਖ ਦਰਦਾਂ ਦੀ ਕਹਾਣੀਆਂ ਪੇਸ਼ ਕੀਤੀਆਂ ਪਿਛਲੇ ਦਿਨਾਂ ਨੇ, ਤੇ ਹੁਣ ਵੀ ਉਹ ਸੈਂਟਰ ਦੀ ਸਰਕਾਰ ਤੱਕ ਗੱਲ ਨੇ ਤਾਂ ਜਾਣਾ। ਆ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ, ਜਿੱਥੇ ਬੈਠੀਆਂ ਨੇ ਉੱਥੇ ਬੈਠੀਆਂ ਨੇ। ਇਹੀ ਜੋਤਾਂ ਦਾ ਵੀਰ ਬਣ ਕੇ ਠੀਕ ਨੇ ਟਰਾਲੀਆਂ 'ਚ, ਜਿਹਨੇ ਖੜਨਾ ਪਿਸ ਟਰਾਲੀ 'ਚ ਖੜ ਜਾਓ। ਫਿਰ ਜਾਬਤਾ ਬਣਾ ਲਓ ਸਾਰੇ ਵੀਰਾਂ ਨੂੰ ਬੇਨਤੀ ਆ, ਬੈਠੋ ਸਾਰੇ, ਆਓ ਜੀ। ਲੈ ਕਰੀ ਆਵਾਜ਼ ਲਾਈਏ ਆਪਾਂ ਸਾਰੇ ਮਿਲ ਕੇ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ। ਇਹਦਾ ਰਿਵਰਬ ਡਿਲੇ ਦੇ ਯਾਰ, ਸਾਊਂਡ ਵਾਲਾ ਬਾਈ ਕਿੱਥੇ ਬੈਠਾ ਹੋਇਆ? ਥੋੜਾ ਜਿਹਾ ਹੈਲੋ ਹੈਲੋ। ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ, ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ। ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਨਾਰ ਹੋਣਾ ਬਾਪੂ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਮੈਂ ਕਿਹਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਇਹਨਾਂ ਕੱਤੀਆਂ ਦੇ ਹਿੱਕੇ 'ਚ ਕਰੋੜ ਹੋਣਗੇ, ਤੇਰੀ ਧਾਰ ਦੇ ਜੋ ਮਰ ਕੇ ਮਰੋੜ ਹੋਣਗੇ। ਇਹਨਾਂ ਕੱਤੀਆਂ ਦੇ ਹਿੱਕੇ 'ਚ ਕਰੋੜ ਹੋਣਗੇ, ਤੇਰੀ ਧਾਰ ਦੇ ਜੋ ਮਰ ਕੇ ਮਰੋੜ ਹੋਣਗੇ। 80 ਵਰੇ ਦੀਆਂ ਬਾਬਿਆਂ ਤੋਂ ਲੈ ਕੇ ਥਾਪੜਾ, ਉਹ ਲੈ ਕੇ ਥਾਪੜਾ। 80 ਵਰੇ ਦੀਆਂ ਬਾਬਿਆਂ ਤੋਂ ਲੈ ਕੇ ਥਾਪੜਾ, ਤੈਨੂੰ ਜੰਗ ਦਾ ਐਲਾਨ ਨੌਜਵਾਨ ਕਰੂਗਾ। ਤੇਰਾ ਫਾਇਦੇ ਨਾਲੋਂ ਜ਼ਿਆਦਾ ਜਿੱਦਾਂ ਧਰਨਿਆਂ 'ਚ ਬਹਿ ਕੇ ਇਹਨਾਂ 'ਚ ਰੋਹ ਹੈ, ਜਿੱਦਾਂ ਦਾ ਜਜ਼ਬਾ ਇਹਨਾਂ 'ਚ, ਜਿੱਦਾਂ ਦਾ ਜਨੂਨ ਹੈ। ਘਰ ਦੇ ਕੰਮ ਨਿਬੇੜ ਕੇ ਪਤਾ ਨਹੀਂ ਕੀ ਕੁਛ ਕਰ ਕੇ ਸਾਰਾ ਕੁਝ ਫਿਰ ਬੈਠੀਆਂ ਯਾਰ। ਤਾਂ ਪ੍ਰਣਾਮ ਹੈ ਸਾਨੂੰ, ਸੱਚੀ ਸੱਚੀ ਪ੍ਰਣਾਮ ਹੈ। ਏਦਾਂ ਤਾਂ ਅੱਜ ਕੱਲ ਕਿਤਾਬਾਂ 'ਚ ਪੜ੍ਹਨ ਨੂੰ ਰਹਿ ਗਿਆ ਮਾਈ ਭਾਗੋ। ਅੱਜ ਕੱਲ ਕਿਤਾਬਾਂ 'ਚ ਰਹਿ ਗਿਆ ਕਿ ਮਾਈ ਭਾਗੋ ਵਰਗੀਆਂ। ਸੱਚੀ ਤੁਹਾਡਾ ਜਦੋਂ ਤੁਸੀਂ ਏਦਾਂ ਹੈ ਨਾ, ਤੁਸੀਂ ਤਾਂ ਸੱਚੀ ਐਂ ਲੱਗਦਾ ਕਿ ਕੱਲੀ ਕੱਲੀ ਮਾਈ ਭਾਗੋ ਹੀ ਬੈਠੀ ਹੈ, ਸਿਰ ਝੁਕਦਾ ਤੁਹਾਡੇ ਅੱਗੇ। ਇਹ ਇਸ ਗੱਲ ਨੂੰ ਛੋਟਾ ਨਾ ਸਮਝ ਲਿਓ। ਜਿੱਥੇ ਮਾਤਾ ਬਹਿ ਗਈ ਨਾ ਕਿ ਮਾਤਾ, ਉੱਥੇ ਬਹੁਤ ਕੁਛ ਹੈ ਜਿਹੜਾ ਕੁਦਰਤ ਆਪ ਡਿਜ਼ਾਈਨ ਕਰਦੀ ਹੈ। ਕੁਦਰਤ ਆਪ ਦੇ ਹੱਥ 'ਚ ਲੈ ਕੇ ਫੈਸਲੇ ਕਰਵਾਉਂਦੀ ਆ ਆਵਾਮ ਤੋਂ, ਹਾਕਮਾਂ ਤੋਂ। ਜਿੱਥੇ ਮਾਤਾ ਬਹਿ ਗਈ ਆ ਕੇ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਸੋ ਬਹੁਤ ਖੁਸ਼ੀ ਹੈ ਇਸ ਗੱਲ ਦੀ, ਪੰਜਾਬ ਨੂੰ ਖੁਸ਼ੀ ਹੈ
ਕਿ ਇਸ ਸੰਘਰਸ਼ ਦੇ ਵਿੱਚ ਵੀ ਤੁਹਾਡੀ ਇੰਨੀ ਵੱਡੀ ਗਿਣਤੀ ਔਰ ਆ ਜਜ਼ਬਾ ਤੁਹਾਡਾ ਦੇਖਣ ਨੂੰ ਮਿਲ ਰਿਹਾ। ਪ੍ਰਣਾਮ ਹੈ ਤੁਹਾਨੂੰ। ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ, ਅਸੀਂ ਜਿੱਤਾਂਗੇ ਤੇ ਦੇਗ ਦੇਗ ਫਤਿਹ ਪਾਵਾਂਗੇ। ਸਾਨੂੰ ਮਾਣ ਵਾਲੀ ਰਾਹ ਇਤਿਹਾਸ ਦੇ ਉੱਤੇ, ਇਤਿਹਾਸ ਦੇ ਉੱਤੇ ਸਾਨੂੰ ਮਾਣ ਵਾਲੀ ਰਾਹ ਇਤਿਹਾਸ ਦੇ ਉੱਤੇ। ਬਾਕੀ ਦੁੱਧ ਪਾਣੀ ਝੰਡਾ ਮੈਦਾਨ ਕਰੂਗਾ ਤੇਰਾ ਫਾਇਦੇ ਨਾਲੋਂ ਜ਼ਿਆਦਾ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਇਨਕਲਾਬ, 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 ਇਨਕਲਾਬ। ਜਿਆ ਬਾਬਾ ਲਾਰ ਫਿਰ ਕਿਤਲਾਕ हत्ता पे भी जोर दे लिए बड़ा है देर फड़का ते रोज रोज नी उठ दिया लहरा जो मुंडे सड़का ते टिंड पड़ते नहीं जवाता ना तेरे रोज रोज दे लारे नी तेरा वापिया की दे तैनू दसांगे सरकारे नी तेरा वापिया की दे तैनू दसांगे सरकारे नी। ਨਾ ਤਾਂ ਸਾਡੀ ਹਿੰਮਤ ਹੈ ਕਿ ਅਸੀਂ ਮਾੜਾ ਗੀਤ ਗਾਈਏ ਹਰ ਤੇ ਨਾ ਹੀ ਫਿਰ ਅਸੀਂ ਉਦਾਂ ਦੇ ਉਹ ਮੋਟੇ ਮੋਟੇ ਡੌਲਿਆਂ ਵਾਲੇ ਨਾਲ ਰੱਖੀਏ ਵੀ ਸਾਨੂੰ ਕੁਛ ਆਈ ਨਾ ਕਰਦੇ। ਆ ਮਿੱਟੀ ਆ ਮੂਲ ਹੈ ਸਾਡਾ, ਐਦਾਂ ਗਾਉਣਾ। ਲੱਖਾਂ ਰੁਪਇਆ ਲੈ ਕੇ ਖਾਣਿਆਂ ਚ ਗਾਉਣੇ ਆ ਅਸੀਂ, ਪਰ ਜਿਹੜਾ ਨਜ਼ਾਰਾ ਐਦਾਂ ਆਉਂਦਾ ਨਾ ਗਾ ਕੇ ਉਹ ਧਰਮ ਨਾਲ ਉਹ ਹਾਜ਼ਰ ਹੈ, ਉਹ ਉੱਥੇ ਨਹੀਂ ਆਉਂਦਾ ਜੋ ਇੱਥੇ ਆਉਂਦਾ। ਕਿਉਂਕਿ ਇੱਥੋਂ ਹੀ ਚੱਲੇ ਸੀ ਅਸੀਂ ਪੰਜਾਬ ਵਾਲੇ। ਏਦਾਂ ਹੀ ਜਦੋਂ ਪਹਿਲਾਂ ਗੁਰੂ ਸਾਹਿਬਾਨਾਂ ਦੇ ਟਾਈਮ ਵੀ ਜੰਗਾਂ ਲੱਗਦੀਆਂ ਸੀ ਤਾਂ ਉਦੋਂ ਵੀ ਏਦਾਂ ਹੀ ਵਾਰਾਂ ਗਾਈਆਂ ਜਾਂਦੀਆਂ ਸੀ ਹੈ, ਔਰ ਉਹਨਾਂ ਵਾਰਾਂ 'ਚ ਜੋਸ਼ ਹੁੰਦਾ ਸੀ। ਫੇਰ ਹੀ ਲੜਦੇ ਸੀ ਨਾ, ਜਾ ਕੇ ਵਿੱਚ ਦੀ ਲੰਘ ਜਾਂਦੇ ਸੀ। ਆ ਬਾਪੂ ਨਹੀਂ ਬੈਠੇ ਖਾਲਸੇ ਸਾਡੇ। ਤਾਂ ਇੱਥੋਂ ਸ਼ੁਰੂ ਹੋਏ ਸੀ ਅਸੀਂ, ਚੱਲਦੇ 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 ਦੇਖ ਲਓ ਅੱਜ ਹੁਣ ਕੀ ਕਰੀ ਕੀ ਜਾਂਦੇ ਆ ਅਸੀਂ ਪੰਜਾਬ ਵਾਲੇ। ਮੇਰੇ ਵਰਗਾ ਪਹਿਲਾਂ ਤਾਂ ਵੱਡੇ ਆਪਰੇਸ਼ਨ ਨਾਲ ਜੰਮਦਾ ਹੈ, ਵੱਡੇ ਆਪਰੇਸ਼ਨ ਨਾਲ ਹੋਇਆ ਜੀ। ਬੀਬੀਆਂ ਸੀ ਸਾਡੀਆਂ, ਖੇਤ ਕੱਲੀ ਜਾਂਦੀ ਸੀ, ਦਾਦੀ ਪੜਦਾਦੀ ਆਉਂਦੇ ਦੋ ਸੀ। ਖੇਤ ਨਿਆਣਾ ਜੰਮ ਦਿੰਦੀਆਂ ਸੀ, ਜਵਾਨੀ ਸੁਣ ਲੈ। ਤੇ ਹੁਣ ਸਾਡੀ ਭੈਣ ਕੋਈ ਜਦੋਂ ਬੱਚਾ ਹੋਣ ਵਾਲਾ 4-5 ਮਹੀਨੇ ਪਹਿਲਾਂ ਨਹੀਂ ਵੇਖੀ, ਨਹੀਂ ਚਮਚਾ ਨਾ ਚੱਕ ਲਈ, ਨਹੀਂ ਵੇਖੀ ਗਲਾਸ ਨਾ ਚੱਕ ਲਈ। ਅਸੀਂ ਇੱਥੋਂ ਸ਼ੁਰੂ ਹੋਏ ਸੀ। ਹਾਂ, ਇਹ ਹੱਸ ਲੋ ਠੀਕ ਹੈ ਜੇ ਹਾਸੇ ਵਾਲੀਆਂ ਗੱਲਾਂ ਲੱਗਦੀਆਂ, ਪਰ ਇੱਥੋਂ ਸ਼ੁਰੂ ਹੋਏ ਸੀ ਅਸੀਂ। ਤਾਂ ਹੌਲੀ ਹੌਲੀ ਦੇਖ ਲਓ ਕਿ ਇੰਨਾ ਸੋਹਣਾ ਫਲਸਫਾ ਸਾਨੂੰ ਮਿਲਿਆ ਪੰਜਾਬ ਵਾਲਿਆਂ ਨੂੰ ਹੈ, ਐਡਾ ਸੋਹਣਾ ਇਤਿਹਾਸ ਸਾਡਾ, ਨਿੱਘਰ ਇਤਿਹਾਸ ਸਾਡਾ, ਇੰਨੇ ਸੋਹਣੇ ਪਹਿਰਾਵੇ ਸਾਡੇ ਸਾਦੇ, ਇੰਨੇ ਸੋਹਣੇ ਖਾਣੇ ਸਾਡੇ। ਕਹਿ ਦਿੰਦੇ ਆ ਕਿ ਬਾਬਾ ਨਾਨਕ ਕੋਤਲੇ ਦੀ ਰੋਟੀ ਖਾਂਦਾ ਸੀ। ਹੁਣ ਦੇਖ ਲਓ ਯਾਰ, ਵੱਡੇ ਆਪਰੇਸ਼ਨ ਨਾਲ ਜਨਮ ਲੈਂਦੇ ਆ ਪਹਿਲਾਂ ਅਸੀਂ, ਫਿਰ ਉਸ ਤੋਂ ਬਾਅਦ ਕੱਲੇ ਕੱਲੇ ਸਿੱਖ ਕਹਿ ਲਓ, ਗੁਰੂ ਦਾ ਸਿੱਖ। ਸੁਪਨਾ ਕੀ ਹੈ? ਪਿੰਡ 'ਚ 3 ਮੰਜ਼ਲੀ ਕੋਠੀ ਪਾਉਣੀ ਹੈ। ਗੁਰੂ ਦੇ ਸਿੱਖ ਦਾ ਸੁਪਨਾ ਕੀ ਹੈ? ਇੱਕ 25-30 ਲੱਖ ਵਾਲੀ ਕਾਰ ਲੈਣੀ ਹੈ। ਬੰਦੇ ਬਣਾਉਣਾ ਨਹੀਂ ਅਸੀਂ, ਨੌਜਵਾਨੀ ਨੂੰ ਅਫਸਰ ਬਣਾਉਣਾ ਪਹਿਲਾਂ, ਕਿ ਬੰਦਾ ਛੱਡ ਯਾਰ ਬਾਅਦ 'ਚ ਬਣ ਜਾਗੇ, ਪਹਿਲਾਂ ਅਫਸਰ ਬਣ। ਵੀ ਸਾਰੇ ਪਿੰਡ 'ਚ ਮੈਂ ਕਹਾਂ ਕਿ ਉਹ ਖੜਾ ਮੇਰਾ ਪੁੱਤ, ਅਸੀਂ ਚੀਜ਼ ਹੈ, ਕੋਈ ਸਾਡੀ ਕੋਈ ਹਸਤੀ ਹੈ। ਅਸੀਂ ਇੱਧਰ ਨੂੰ ਤੁਰ ਪਏ ਆ। ਨਹੀਂ ਤਾਂ ਹਿੰਮਤ ਨਹੀਂ ਸੀ ਕਿਸੇ ਦੀ ਕਿ ਆਹ ਬਿੱਲ ਬੁੱਲ ਪਾਸ ਕਰਕੇ ਸਾਨੂੰ ਏਸੀਆਂ 'ਚ ਬਹਿ ਕੇ ਸਾਈਨ ਕਰ ਲਓ। ਐਡੀ ਕਿਹਦੀ ਹਿੰਮਤ ਸੀ? ਬਾਬਾ ਬੰਦਾ ਸਿੰਘ ਬਹਾਦਰ ਦੇ ਬਖਸ਼ੇ ਹੋਏ ਖੇਤ ਆਏ, ਇਹ ਜ਼ਮੀਨਾਂ ਉਹਨਾਂ ਦੀਆਂ ਬਖਸ਼ੀ ਹੋਈਆਂ ਸਾਨੂੰ। ਪਰ ਰੌਲਾ ਹੌਲੀ ਹੌਲੀ ਸਾਨੂੰ ਟੋਲਿਆ ਉਹਨਾਂ ਨੇ। ਜਿਵੇਂ ਜਿਵੇਂ ਆ ਪਿਛਲੇ, ਮੈਂ 35 ਦਾ ਹੋ ਗਿਆ, ਹਰਫ ਵੀ ਹੁਣ 35 ਦਾ ਹੋਊਗਾ। ਨਹੀਂ ਬਾਈ 5-7 ਸਾਲ ਘਟਾਓ। ਪੈਣ ਦਾ ਲੱਗ ਪਿੱਛੇ ਹੋ ਜਾ, ਪੈਣ ਦੇ ਨਾਲ ਨਾਲ। ਇੱਕ ਦਿਨ ਕਾਰ 'ਚ ਮੰਨਿਆ ਮੇਰੇ ਕੋਲੇ 35 ਦਾ ਹੀ ਹੈ। ਚੱਲ ਕਹਿ ਦੋ ਠੀਕ ਹੈ ਕੋਈ। ਤਾਂ ਅਸੀਂ ਯਾਰ ਉੱਥੋਂ ਚੱਲੇ ਵੇ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਤਾਂ ਉਹ ਪਛਾਣਨ ਆਏ ਸੀ। ਕਿਰਤ ਤਾਂ ਸਾਨੂੰ ਯਾਰ ਜਿੰਨੀ ਜਵਾਨੀ ਖੜੀ ਆ ਹਨਾ, ਅਸੀਂ ਤੁਹਾਡੇ ਹਾਰ ਪ੍ਰਵਾਨ ਚ ਨਹੀਂ ਹੈ। ਜੋ ਮਹਾਰਾਜ ਨੇ ਲਿਖਿਆ ਸਾਨੂੰ ਮਿਲ ਜਾਣਾ ਯਾਰ। ਹਨਾ, ਅਸੀਂ ਦਾਦੇ ਪੜਦਾਦਿਆਂ ਤੋਂ ਸੁਣੇ ਇਹ ਹੈ ਕਿ ਜੋ ਸਾਡੇ ਹਿੱਸੇ 'ਚ, ਜੋ ਕੱਲਾ ਕੱਲਾ ਜੀਵ ਜਿਹੜਾ ਇੱਥੇ ਬੈਠਾ, ਜਿਹਦੇ ਹਿੱਸੇ 'ਚ ਜੋ ਉਹਦੇ ਕਰਮਾਂ ਦੇ ਹਿਸਾਬ ਨਾਲ ਲਿਖਿਆ, ਉਹ ਤਾਂ ਮਿਲ ਹੀ ਜਾਣਾ ਹੈ, ਉਹ ਤਾਂ ਮਿਲ ਜਾਣਾ ਹੈ।
ਤੇ 2 ਡੰਗ ਦੀ ਰੋਟੀ ਹੋਈ ਹੈ ਨਾ, ਉਹ ਕਾਰ ਚੈੱਕ ਕਰ ਲਓ, ਉਹ ਪਈ ਹੈ 2 ਮਹੀਨੇ ਹੋ ਗਏ ਮੈਂ ਤੇ ਹਰਫ ਚਟਨੀ ਤੋਂ ਬਿਨਾ ਕੁਝ ਹੋਰ ਮਿਲ ਜਾਏ ਰੋਟੀਆਂ ਨਾਲ, ਉਹੀ ਤਾਂ ਖਾਣੇ ਆ। 4 ਛੋਲੇ ਪਏ ਹੋਣਗੇ ਉਹ ਚੱਪ ਲਾਂਗੇ, ਬਸ ਦਿਨ ਲੰਘ ਗਿਆ। ਤੇ ਖਾੜਿਆਂ ਦਾ ਅਸੀਂ 4-4 5-5 ਲੱਖ ਲੈਨੇ, ਇਹ ਤਾਂ ਮੈਥੋਂ ਵੱਧ ਲੈਂਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਮਹਾਰਾਜ ਨੇ ਲਿਖਿਆ ਹੋਇਆ ਉਹ ਤਾਂ ਸਾਰਿਆਂ ਨਾਲ ਵਾਪਰ ਰਿਹਾ। ਮੈਂ ਇੱਥੇ ਪਟਿਆਲੇ ਪੜਿਆ, ਪਟਿਆਲਾ ਇੱਧਰ ਨੂੰ ਆ ਨਾ, ਤਾਂ ਮੈਂ ਪਟਿਆਲੇ ਇੱਥੇ ਯੂਨੀਵਰਸਿਟੀ ਪੜਿਆ, ਤਾਂ ਇੱਥੇ ਮੇਰੀ ਨੌਕਰੀ ਸੀ, ਸਰਕਾਰੀ ਨੌਕਰੀ ਦਿੱਤੀ ਮਹਾਰਾਜ ਨੇ ਮੈਨੂੰ। ਤਾਂ ਨੌਕਰੀ ਛੱਡਤੀ, ਮੈਂ ਜਾ ਕੇ ਸਾਧੂ ਕੋਲ ਰਹਿਣ ਲੱਗ ਗਿਆ, ਮਲੇਰਕੋਟਲੇ ਲਾਗੇ ਪਿੰਡ ਹੈ, ਬੇਬੇ ਜੀ ਸਾਡੇ ਉੱਥੇ ਰਹਿੰਦੇ। ਤਾਂ ਇੱਕ ਸਾਧ ਦੀ ਕੁਟੀਆ 'ਚ ਜਾ ਕੇ ਝਾੜੂ ਪੋਚਾ ਕਰਨ ਲੱਗ ਗਿਆ ਮੈਂ। ਹੁਣ ਜੇ ਮੈਂ ਆਖਾਂ ਵੀ ਮੈਂ ਕਰਨ ਲੱਗ ਗਿਆ, ਮੈਂ ਥੋੜਾ ਕਰਨ ਲੱਗ ਗਿਆ, ਮਹਾਰਾਜ ਨੇ ਮੇਰਾ ਜਿੱਧਰ ਜਿੱਧਰ ਦਾਣਾ ਪਾਣੀ ਲਿਖਿਆ ਸੀ ਮੈਨੂੰ ਲਈ ਫਿਰਿਆ। ਤਾਂ ਉੱਥੇ ਇੱਕ ਸਰਕਾਰੀ ਨੌਕਰੀ, ਪੱਕੀ ਨੌਕਰੀ ਛੱਡ ਕੇ ਮੈਂ, ਔਰ ਉਹ ਨੌਕਰੀ ਉਹਨਾਂ ਵਿੱਚ ਛੱਡੀ ਮੈਂ ਜਿਹੜੇ ਮੇਰੇ ਪਿਓ ਸਿਰ 3,30,000 ਰੁਪਇਆ ਸੀ। 3,30,000 ਰੁਪਇਆ ਮੇਰੇ ਪਿਓ ਸਿਰ ਕਰਜ਼ਾ ਉਹਦੇ, ਤੇ 5 ਕਿੱਲੇ ਮੇਰੇ ਪਿਓ ਨੂੰ ਵੰਡੇ ਆਏ ਸੀ, 7 ਭਰਾ ਸੀ, 35 ਕਿੱਲੇ ਸੀ, ਉਹ 5 ਵਿਕ ਗਏ, 5 ਕਿੱਲੇ ਵਿਕੇ ਸੀ। ਔਰ ਸਾਡਾ ਜੱਦੀ ਘਰ ਸੀ ਜਿਹੜਾ ਪਿੰਡ, ਉਹ ਵਿਕਿਆ। ਵਾੜੇ 'ਚ ਘਰ ਪਾਇਆ ਮੈਂ ਸਾਡਾ ਹੋਣ ਵਾਲਾ, ਜਿੱਥੇ ਸਾਡੀਆਂ ਮੇਰੀ ਮਾਂ ਤੇ ਮੇਰੀਆਂ ਤਾਈਆਂ ਗੋਹਾ ਕੂੜਾ ਸਿੱਟਦੀਆਂ ਸੀ, ਉਹ ਵਾੜਾ ਸੀ ਸਾਡਾ। ਉੱਥੇ ਮੇਰੇ ਪਿਓ ਨੇ ਫਿਰ ਬਾਅਦ 'ਚ 2 ਕਮਰੇ ਪਾਏ, ਔਰ ਉਹ 2 ਕਮਰੇ ਪਲਸਤਰ ਨਹੀਂ ਹੋਏ ਉਹ ਤੋਂ, ਕਿਉਂਕਿ ਜ਼ਮੀਨ ਵਿਕ ਗਈ, ਘਰ ਵਿਕ ਗਿਆ। ਉਧਰੋਂ ਮੇਰੀ ਭੈਣ ਵਿਆਹੀ, ਉਹਦੇ ਵਿਆਹ ਤੇ ਪੈਸੇ ਲੱਗੇ। ਤਾਂ 3,30,000 ਰੁਪਇਆ ਸਿਰ ਸੀ। ਤੇ ਜਦੋਂ ਮੈਂ ਇੱਕ ਵਾਰੀ ਸਰਦੀਆਂ 'ਚ ਯੂਨੀਵਰਸਿਟੀਆਂ ਪੜ੍ਹਦਾ ਪਿੰਡ ਗਿਆ, ਤਾਂ ਮੇਰਾ ਪਿਓ ਸਾਡੇ ਨੇੜੇ ਉੱਥੇ ਗੋਨਿਆਣਾ ਮੰਡੀ ਇੱਕ ਕਸਬਾ ਪੈਂਦਾ ਹੈ, ਉੱਥੋਂ ਪੱਲੀਆਂ ਚੱਕ ਕੇ ਲਿਆਇਆ। ਉਹ ਪੱਲੀਆਂ ਲਿਆਇਆ ਖਰੀਦ ਕੇ, ਤੇ ਹੁਣ ਬਾਲੀਆਂ ਟਾਕੀਆਂ ਤਾਂ ਹੈ ਹੀ ਨਹੀਂ, ਪਰੋਖੋ ਹੀ ਨਹੀਂ ਸੀ, ਪੱਲੀਆਂ ਠੋਕੀ ਜਾਵੇ ਮੇਖਾਂ ਨਾਲ। ਮੈਂ ਕਿਹਾ ਪਾਪਾ ਕੀ ਕਰਦਾ? ਕਹਿੰਦਾ ਯਾਰ ਹੁਣ ਸਰਦੀ ਆ, ਠੰਡ ਲੱਗਦੀ ਆ ਪੁੱਤ, ਕਹਿੰਦਾ ਹੁਣ ਜੋੜੀਆਂ ਨੂੰ ਤਾਂ ਪੈਸੇ ਨਹੀਂ, ਮੈਂ ਪੱਲੀਆਂ ਲਿਆ ਵੀ ਚੱਲ ਕੋਈ ਨਹੀਂ, ਐਤਕੀ ਸਿਆਲ ਲੰਘਾਉਣੇ ਆ। ਤਾਂ ਇੱਕ ਦਿਨ ਆਇਆ ਅੱਜ ਕਿ ਅੱਜ ਉਹਨੇ ਮੀਂਹ ਪਾ ਰੱਖਿਆ। ਇਹ ਇੱਕ ਪੁੱਤ ਹੈ ਉਹਦਾ, ਤੇ ਤੁਸੀਂ ਸਾਰੇ ਉਹਦੇ ਪੁੱਤ ਹੋ ਮੇਰੀ ਤਰ੍ਹਾਂ ਹੀ। ਹਾਂ, ਤਾਂ ਇੱਕ ਤਸੱਲੀ ਹੈ, ਮੈਨੂੰ ਮਹਾਰਾਜ ਨੇ ਉਹ ਸਾਰੀ ਜ਼ਿੰਦਗੀ ਨਾ ਦਿਖਾਈ ਹੈ ਮੈਨੂੰ, ਛੋਟੇ ਹੁੰਦਿਆਂ ਤੋਂ, ਕਿੱਦਾਂ ਮੈਂ ਮਾਸਟਰਾਂ ਦੀਆਂ ਰਿਟਾਇਰਮੈਂਟਾਂ 'ਚ ਗਾ ਕੇ ਆਪਦੀਆਂ ਫੀਸਾਂ ਭਰਦੀ, ਕਿੱਦਾਂ ਮੈਂ ਯੂਨੀਵਰਸਿਟੀ ਸੀ ਜਦੋਂ ਉੱਥੇ ਹੋਟਲਾਂ 'ਚ ਮੈਂ ਉੱਥੇ ਸ਼ਨੀਵਾਰ ਐਤਵਾਰ ਨੂੰ ਗਾਉਂਦਾ, ਲੋਕ ਉੱਥੇ ਬਹਿ ਕੇ ਪਰਿਵਾਰਾਂ ਨਾਲ ਆਉਂਦੇ, ਉਹਦੇ ਖਾਣੇ ਖਾਂਦੇ, ਤਾਂ ਮੈਨੂੰ ਕੋਈ 10,000 ਰੁਪਇਆ ਦੇ ਦਿੰਦੇ, ਮੈਂ ਮੈਸ ਦਾ ਬਿੱਲ ਭਰਦਾ, ਉਹਦੀਆਂ ਫੀਸਾਂ ਭਰਦਾ। ਤਾਂ ਉਹਦਾ ਕਰਦਾ ਦੇਖ ਲਓ ਅੱਜ ਆ ਕਮਰ ਵੀ ਖੜਾ, ਹਰਫ ਵੀ ਖੜਾ। ਤਾਂ ਮੈਨੂੰ ਲੱਗਦਾ ਸਭ ਦੀ ਕਹਾਣੀ ਏਦਾਂ ਦੀ ਹੈ। ਤਾਂ ਹੀ ਹੁਣ ਉਹਦੇ ਤੇ ਨਾ ਯਕੀਨ ਜਾ ਵੱਜਿਆ ਪਿਆ ਕਿ ਯਾਰ ਜੋ ਹੋਣਾ ਹੈ ਨਾ ਸਾਰਾ ਕੁਝ ਉਹ ਹੋਣਾ ਹੈ। ਮੈਂ ਤਾਂ ਕਈ ਵਾਰੀ ਧਰਨਿਆਂ 'ਚ ਵੀ ਬੋਲਤਾ ਵੀ ਬਿੱਲ ਵੀ ਮੋਦੀ ਨੇ ਨਹੀਂ ਪਾਸ ਕੀਤਾ, ਉਸ ਨੇ ਕੀਤਾ, ਕਾਨੂੰਨ ਵੀ ਉਸ ਬਣਾਇਆ। ਹੁਣ ਕੀ ਬਣਨਾ ਹੈ ਇਹ ਵੀ ਉਹਨੂੰ ਪਤਾ ਹੈ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇੱਥੇ, ਜੇ ਹੁਣ ਬਿੱਲ 'ਚ ਸੋਧ ਹੋਣੀ ਹੈ ਨਾ, ਉਹਦਾ ਜ਼ਰੀਆ ਵੀ ਮਹਾਰਾਜ ਨੇ ਸਾਨੂੰ ਬਣਾਉਣਾ ਹੈ, ਇਹਨਾਂ ਜਥੇਬੰਦੀਆਂ ਦੇ ਮੋਹਰੀਆਂ ਨੂੰ ਬਣਾਉਣਾ ਹੈ, ਇਹਨਾਂ ਮਾਵਾਂ ਨੂੰ ਬਣਾਉਣਾ ਹੈ। ਹੁਣ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਹਾਰਾਜ ਨੇ ਸਾਰਾ ਕੁਝ ਕੀਤਾ ਜੇ ਤਾਂ ਫਿਰ ਆਪਾਂ ਘਰੇ ਬਹਿ ਜਾਈਏ, ਫਿਰ ਆਪੇ ਕਰੂ। ਨਹੀਂ, ਸਮਾਜ ਹੈ, ਅਸੀਂ ਇਸ ਸਮਾਜ ਦੇ ਵਾਸੀ ਹਾਂ, ਅਸੀਂ ਇਸ ਸਮਾਜ ਨੂੰ ਹੰਢਾ ਰਹੇ ਹਾਂ, ਮਾਣ ਰਹੇ ਹਾਂ। ਤਾਂ ਇੱਥੇ ਸਾਡੀ ਜ਼ਿੰਮੇਵਾਰੀ ਬਣਦੀ ਹੈ, ਔਰ ਪਹਿਲ ਦੇ ਆਧਾਰ ਤੇ ਸਾਡੀ ਜ਼ਿੰਮੇਵਾਰੀ ਜਵਾਨੀ ਦੀ ਬਣਦੀ ਹੈ ਕਿ ਇਹਨਾਂ ਜਥੇਬੰਦੀਆਂ ਨਾਲ ਇੰਨੇ ਸੋਹਣੇ ਤਰੀਕੇ ਖੜਨ। ਆਹ ਸੰਘਰਸ਼ ਤੋਂ ਬਾਅਦ ਵੀ ਗੋਸ਼ਟੀਆਂ ਹੋਣ ਜਥੇਬੰਦੀਆਂ ਦੇ ਨਾਲ, ਨੌਜਵਾਨਾਂ ਦੀਆਂ, ਇਸ਼ਕ ਇਸ ਹੱਦ ਤੱਕ ਵੱਧ ਜੇ ਪੰਜਾਬ ਦੇ ਲਈ ਸਾਡਾ। ਤਾਂ ਆਹ ਕੰਮ ਸਾਡੇ ਕਰਨ ਵਾਲੇ ਹੈ। ਪਰ ਰੌਲਾ ਹੁਣ ਇਹ ਹੈ ਕਿ ਪਿਛਲੇ 30 35 40 ਸਾਲ ਹੋ ਗਏ ਕੋਠੀਆਂ ਬਣਾਉਣ 'ਚ ਰੁੱਝ ਗਿਆ ਪੰਜਾਬ, ਵੱਡੀਆਂ ਕਾਰਾਂ ਲੈਣ 'ਚ ਰੁੱਝ ਗਿਆ, ਹੋਟਲਾਂ 'ਚ ਜਾ ਕੇ ਖਾਣੇ ਖਾਣ 'ਚ ਰੁੱਝ ਗਿਆ, 25 50 ਲੱਖ ਰੁਪਇਆ ਵਿਆਹਾਂ 'ਚ ਲਾਉਣ ਨੂੰ ਰੁੱਝ ਗਿਆ। ਹੋਰ ਤਾਂ ਕੀ ਆਖਾਂ, ਜੇ ਸਾਡਾ 100 ਸਾਲ ਦਾ ਕੋਈ ਬਜ਼ੁਰਗ ਚੜਾਈ ਕਰਦਾ ਉਹਨੂੰ ਵੱਡੇ ਕਰਨ 'ਚ ਰੁੱਝ ਗਿਆ। ਹੁਣ ਵੱਡਾ ਕਰਨਾ ਜੀ, ਵੱਡਾ ਕਿਵੇਂ ਕਰਨਾ ਜੀ? ਲਾਵਾਂਗੇ 4-5 ਲੱਖ। ਆਹ ਕੰਮਾਂ 'ਚ ਪੈ ਗਿਆ ਪੰਜਾਬ, ਜਿਹੜੇ ਸਾਡੇ ਬਣਦੇ ਨਹੀਂ। ਫਲਸਫਾ ਜਿਹਦਾ ਮਰਜ਼ੀ ਲੜੋ, ਭਾਵੇਂ ਬਾਬੇ ਨਾਨਕ ਦੀ ਸੁਣ ਲਓ, ਉਹਨੇ ਵੀ ਨਹੀਂ ਇਸ ਗੱਲ ਦੀ ਹਾਮੀ ਭਰੀ। ਆ ਬਾਬੇ ਭਗਤ ਸਿੰਘ ਹੋਰਾਂ ਦੀ ਗੱਲ ਛੇੜ ਲਓ, ਹਾਮੀ ਇਹਨਾਂ ਨੇ ਵੀ ਨਹੀਂ ਭਰੀ ਇਸ ਗੱਲ ਦੀ। ਕਿਰਸੀ ਕੌਮ ਹੈ, ਕਿਰਤ ਕਰਨ ਵਾਲੀ ਕੌਮ ਹੈ। ਆਪਾਂ ਤਾਂ ਯਾਰ ਦਾਨੇ ਜੀ ਵਧੀਆ ਲੱਗਦੇ ਆ, ਬੜੇ ਲੋਕ ਉੱਥੇ ਕੁਟੀਆਂ 'ਚ ਆਉਂਦੇ ਆ, ਤੁਹਾਡੇ ਜੀ ਆ ਕੱਚਾ ਜਿਹਾ ਲਿਪਿਆ ਦੇਖ ਕੇ ਬਹੁਤ ਵਧੀਆ ਲੱਗਦਾ। ਮੈਂ ਤੂੰ ਲਿਪ ਲਾ, ਲੋਕ ਕੀ ਕਹਿਣਗੇ ਜੀ ਫਿਰ ਲਿਪ ਤਾਂ ਲਈਏ। ਬਾਈ ਯਾਰ ਤੂੰ ਦੇਖ ਲਾ ਕਿੱਡਾ ਕਲਾਕਾਰ ਬਣ ਗਿਆ, ਕੁੜਤੇ ਪਜਾਮੇ 'ਚ ਹੀ ਫਿਰਦਾ, ਬੜਾ ਵਧੀਆ ਲੱਗਦਾ, ਤੂੰ ਪਾ ਲਾ। ਉਹ ਨਹੀਂ ਯਾਰ, ਉਹ ਪਾਰਟੀਆਂ ਹੀ ਪੈਂਟਾਂ ਹੀ ਚੱਲਦੀਆਂ ਅੱਜ ਕੱਲ ਹੈ। ਫੋਨ ਕਈ ਵਾਰੀ ਮੈਂ ਸੁਣ ਰਿਹਾ ਹੁੰਦਾ, ਯਾਰ ਬਾਈ ਅੱਛਾ ਐਡਾ ਕੁ ਫੋਨ ਰੱਖ, ਬਸ ਤੂੰ ਰੱਖ ਲਾ।
ਉਹ ਨਹੀਂ ਬਾਈ ਯਾਰ ਤੈਨੂੰ ਤਾਂ ਗੱਲਾਂ ਆਉਂਦੀਆਂ, ਕੱਲੀਆਂ ਗੱਲਾਂ ਨਾਲ ਨਹੀਂ ਕੁਝ ਬਣਦਾ, ਕਰਕੇ ਦਿਖਾਈਏ। ਅਸੀਂ ਤਾਂ 2 ਪ੍ਰਸ਼ਾਦਿਆਂ ਤੇ 4 ਰੱਖ ਕੇ ਖਾਣ ਵਾਲੇ ਆ, ਖਾਣ ਵਾਲੇ ਵੀ ਨਹੀਂ, ਆਪਾਂ ਤਾਂ ਛਕਣ ਵਾਲੇ ਆ। ਆ ਗਰੀਬੀ ਦਾਵੇ ਜੇ ਕਈ ਬਜ਼ੁਰਗਾਂ ਦੇਖ ਲਓ, ਕਈਆਂ ਦੇ ਕੁੜਤੇ ਜੇ ਪਿੱਛੋਂ ਮਾੜੇ ਮੋਟੇ ਪਾਟੇ ਜਿਹੇ ਆਉਣਗੇ, ਪਰ ਉਹਨਾਂ ਨੂੰ ਪਰਵਾਹ ਹੀ ਨਹੀਂ ਯਾਰ, ਕਿਉਂਕਿ ਤਨ ਨੂੰ ਦਿਖਾਉਣ ਥੋੜੇ ਜਾਈ ਜਾਏ ਕੌਮ, ਇਹ ਤਾਂ ਮਨ ਤੇ ਕੰਮ ਕਰਨਾ ਹੀ ਹੈ, ਮਨ ਤੇ ਕੰਮ ਕਰਨਾ ਹੀ ਹੈ ਕੌਮ। ਤਾਂ ਹੀ ਸਾਡੀਆਂ ਆ ਮਾਵਾਂ ਦੇ ਜਦੋਂ ਗਾਤਰਾ ਸਾਹਿਬ ਦੇਖੀਦਾ, ਕੇਸਕੀਆਂ ਦੇਖੀਦੀਆਂ ਤਾਂ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਕਿ ਇਹਨਾਂ ਧਰਨਿਆਂ ਦੇ ਵਿੱਚ ਉਹ ਬੈਠੇ ਆ ਜਿਨ੍ਹਾਂ ਨੂੰ ਬੈਠਣਾ ਚਾਹੀਦਾ, ਜਿਨ੍ਹਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ। ਇਹੀ ਸਾਡਾ ਮਾਣ ਨੇ, ਇਹ ਸੰਸਕ੍ਰਿਤੀ ਹੈ ਸਾਡੀ, ਫਲਸਫਾ ਹੈ ਸਾਡਾ ਇਹ। ਤਾਂ ਇਸੇ ਚੀਜ਼ ਦਾ ਪਾਇਆ ਹੈ ਸਾਰੀ ਦੁਨੀਆ ਨੂੰ। ਪਰ ਰੌਲਾ ਹੁਣ ਇਹ ਹੈ ਕਿ ਜਿਹੜੇ ਅਸੀਂ 30-35 ਵਾਲੇ ਆ, ਅਸੀਂ ਆ ਕੇ ਪੰਜਾਬ ਨਾਲ ਇਨਸਾਫ ਨਹੀਂ ਕੀਤਾ। ਇਹ ਚੀਜ਼ ਸਾਨੂੰ ਮੰਨਣੀ ਪੈਣੀ ਹੈ, ਕਿਉਂਕਿ ਜਿੱਦਾਂ ਦੇ ਸਾਡੇ ਪੜਦਾਦੇ ਸੀ, ਦਾਦੇ ਥੋੜੇ ਜਿਹੇ ਢਿੱਲੇ ਉਦੋਂ, ਜਿੱਦਾਂ ਦੇ ਸਾਡੇ ਦਾਦੇ ਸੀ, ਸਾਡੇ ਪਿਓ ਹੋਰ ਢਿੱਲੇ ਪੈ ਗਏ, ਔਰ ਜਿੱਦਾਂ ਦੇ ਸਾਡੇ ਪਿਓ ਸੀ ਉਹ ਵੀ ਖਰੇ ਸੀ ਦੇਸੀ ਘਿਓ ਵਰਗੇ। ਜਵਾਨੀ ਹੋਰ ਪਾਸੇ ਤੁਰ ਪਈ, ਸਾਡੀ ਜਵਾਨੀ ਹੋਰ ਪਾਸੇ ਤੁਰ ਪਈ। ਤਾਂ ਜਿਹੜੇ ਟਾਰਗੇਟ ਹੁਣ ਅਸੀਂ ਬਣਾਈ ਬੈਠੇ ਨਾ, ਆ ਕਰਨਾ, ਅਸੀਂ ਆ ਕਰਨਾ, ਨਹੀਂ ਯਾਰ ਬਾਬਾ, ਸਾਡੇ ਕੋਲ ਤਾਂ ਪੰਜਾਬ ਹੈ, ਆ ਪੰਜਾਬ ਦੀ ਮਿੱਟੀ ਤੇ ਸਾਰੇ ਮੁਲਕ ਦੀ ਅੱਖ ਹੈ ਹੁਣ, ਕਿਉਂਕਿ ਮਿੱਟੀ ਇਹੋ ਜਿਹੀ ਹੈ, ਇਹਦੀ ਆਬੋ ਹਵਾ ਹੀ ਇਹੋ ਜਿਹੀ ਹੈ, ਇਹਦੀ એનર્ਜੀ ਇਹੋ ਜਿਹੀ ਹੈ। ਗੁਰੂਆਂ ਪੀਰਾਂ ਦੇ, ਸਾਡੇ ਪਾਤਸ਼ਾਹਾਂ ਦੇ ਟਾਪੀ ਇੰਨੇ ਹੋਏ ਵੇ ਇੱਥੇ ਕਿ ਹੁਣ ਲੈ ਦੇ ਕੇ ਸਾਰਿਆਂ ਕੋਲ ਇਹੀ ਰਹੇਗੀ ਕਿ ਹੁਣ ਇਹਨੂੰ ਕਿਵੇਂ ਨਾ ਕਿਵੇਂ ਇਹਦੇ ਤੇ ਕਬਜ਼ਾ ਕਰੀਏ। ਤਾਂ ਹੁਣ ਬਜ਼ੁਰਗਾਂ ਨਾਲ ਕੋਈ ਲਾਂਭਾ ਨਹੀਂ। ਆ ਜਥੇਬੰਦੀ ਹੈ, 50-50 ਸਾਲ ਹੋ ਗਏ ਬਾਪੂ ਜੋਗਿੰਦਰ ਸਿੰਘ ਹੋਰਾਂ ਦੇ, ਅਸੀਂ ਅੱਜ ਕੱਲ ਇੰਟਰਵਿਊ ਸੁਣਦੇ ਆ। ਅੱਜ ਕੱਲ ਪੰਜਾਬ ਜਿਵੇਂ ਕਲਾਕਾਰਾਂ ਦੀਆਂ ਇੰਟਰਵਿਊ ਸੁਣਦਾ ਸੀ, ਉਵੇਂ ਹੁਣ ਬਾਪੂ ਜੋਗਿੰਦਰ ਸਿੰਘ ਹੋਰਾਂ ਨੂੰ ਸੁਣਦਾ ਹੈ। ਹੋਰ ਵੀ ਜਿਹੜੇ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ ਸਾਡੇ, ਉਹਨਾਂ ਨੂੰ ਸੁਣਦਾ ਹੈ, ਤਜਰਬੇ ਨੂੰ ਸੁਣਦਾ ਬਾਪੂ ਜੋਗਿੰਦਰ ਸਿੰਘ ਹੋਰਾਂ ਦੇ। ਤਾਂ ਸਾਨੂੰ ਹੁਣ ਇਸ ਪਾਸੇ ਆਉਣ ਦੀ ਲੋੜ ਹੈ, ਜਵਾਨੀ ਨੂੰ। ਅੱਜ ਆਏ ਆ ਗੀਤ, ਠੀਕ ਹੈ, ਫਿਲਮ ਬਣਾਉਣ ਆਏ ਆ, ਪਰ ਅਸਲ ਤਾਂ ਗੱਲਾਂ ਜਿਹੜੀਆਂ ਹੁਣ ਹੋ ਰਹੀਆਂ, ਇੱਥੇ ਸਾਨੂੰ ਪਹਿਰਾ ਦੇਣਾ ਪੈਣਾ ਹੈ। 20-25 ਸਾਲ ਰਿਆਜ਼ ਕਰਨ ਤੋਂ ਬਾਅਦ ਆ 2 ਕਲਾਕਾਰ ਤੁਹਾਡੇ ਸਾਹਮਣੇ ਖੜੇ ਆ, ਇਹ ਮਾੜੀ ਮੋਟੀ ਮਾਈਕ ਤੇ ਆਵਾਜ਼ ਕੱਢਣ ਜੋਗੇ ਹੋਏ ਆ। ਤੇ ਪੰਜਾਬ ਵੀ ਇਸ ਵੇਲੇ ਰਿਆਜ਼ ਮੰਗਦਾ ਹੈ, ਬਹੁਤ ਲੰਬਾ, ਸਾਲਾਂ ਬੱਧੀ, ਔਰ ਉਹ ਰਿਆਜ਼ ਹੁਣ ਸਾਡੇ ਬਜ਼ੁਰਗਾਂ ਤੋਂ ਨਹੀਂ ਹੋਣਾ। ਇਹਨਾਂ ਨੇ ਬਹੁਤ ਹਿੰਮਤ ਮਾਰ ਲਈ, ਕਿਉਂਕਿ ਯਾਰ ਸ਼ਕਤੀ ਹੈ, ਹੌਲੀ ਹੌਲੀ ਘਟਦੀ ਹੈ, ਬਾਲਾ ਸਰੀਰ ਦਾ ਘਟਦਾ, ਜਨੂਨੀ ਆ ਤਾਂ ਫਿਰ ਲੱਗੇ ਪਏ ਆ। ਪਰ ਸਵਾਲ ਹੁਣ ਜਵਾਨੀ ਲਈ ਹੈ। ਫੋਟੋਆਂ ਵਾਲਾ ਤਾਂ ਹੁਣ ਸੱਚੀ ਹਾਸਾ ਆਉਂਦਾ ਜਦੋਂ ਤੂੰ ਕਹਿੰਦਾ ਆ ਕੇ ਬਾਈ ਇੱਕ ਫੋਟੋ ਕਰਾ ਲਾ। ਇਹਨਾਂ ਦਿਨਾਂ ਚ ਪੰਜਾਬ ਚ ਹੁਣ ਸਾਨੂੰ ਫੋਟੋਆਂ ਸੁਝਦੀਆਂ। ਆਖਰੀ ਅੰਤਰੇ ਵਰਗਾ ਪੰਜਾਬ ਆ ਹੁਣ, ਜਿਹੜਾ ਕਿਸੇ ਗੀਤ ਦਾ ਆਖਰੀ ਅੰਤਰਾ ਹੁੰਦਾ ਨਾ, ਆਖਰੀ ਅੰਤਰਾ, ਉਸ ਤੋਂ ਬਾਅਦ ਗੀਤ ਮੁੱਕ ਜਾਂਦਾ ਹੈ। ਥੋੜਾ ਪਿੱਛੇ ਕਰ ਲੈ ਇੱਧਰ। ਹੁਣ ਜੇ ਸੱਚੀ ਆਪਾਂ ਪੰਜਾਬ ਨੂੰ ਸੋਹਣੇ ਤਰੀਕੇ, ਸੁਚੱਜੇ ਤਰੀਕੇ ਜਾਗ ਕੇ ਦੇਖੀਏ, ਆਪਾਂ ਚੇਤਨਾ ਨਾਲ ਦੇਖੀਏ, ਬੁੱਧੀ ਨੂੰ ਥੋੜਾ ਜਗਾ ਕੇ ਦੇਖੀਏ, ਤਾਂ ਪੰਜਾਬ ਹੁਣ ਆਖਰੀ ਅੰਤਰੇ ਵਰਗਾ ਹੈ। ਅੱਜ ਤੋਂ ਪਹਿਲਾਂ ਬੜੀਆਂ ਮਾਰਾਂ ਪਈਆਂ ਇੱਥੇ, ਨਿਰੰਤਰ ਚੱਲ ਰਹੀਆਂ, ਪਰ ਆ ਜਿਹੜਾ ਜ਼ਮੀਨ ਵਾਲਾ ਮਸਲਾ ਹੈ, ਕਿਸਾਨ ਵਾਲਾ ਮਸਲਾ ਹੈ, ਅੱਜ ਤੋਂ ਬਾਅਦ ਹੈ ਨਹੀਂ ਪੰਜਾਬ ਕੋਲੇ ਕੁਝ ਹੋਰ ਜਿੱਥੋਂ ਆਪਾਂ ਪੰਜਾਬ ਦੀ ਭਰਪਾਈ ਕਰ ਲਾਂਗੇ। ਕਿਉਂਕਿ ਪੰਜਾਬ ਤਾਂ ਜਾਣੇ ਜ਼ਮੀਨ ਨਾਲ ਜਾਂਦਾ ਹੈ, ਪੰਜਾਬ ਤਾਂ ਜਾਣੇ ਕਿਸਾਨੀ ਨਾਲ ਜਾਂਦਾ ਹੈ। ਸੋ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਸਾਡੇ ਨੌਜਵਾਨ ਭਰਾਵਾਂ, ਘਰੋਂ ਹੁਣ ਆਪਾਂ ਨਿਕਲੇ ਆ ਸਾਰੇ, ਬਸ ਹੁਣ ਵਾਪਸ ਘਰਾਂ 'ਚ ਵੜੇ ਹੋਣਾ ਜਦੋਂ ਤੱਕ ਗੱਲ ਬਣਦੀ ਨਹੀਂ। 26 ਨੂੰ ਤਾਂ ਚੱਲਾਂਗੇ, ਉਹਦੇ 'ਚ ਕੋਈ ਨਿਰਸੰਦੇਹ ਨਹੀਂ ਹੈ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। 26 ਨੂੰ ਤਾਂ ਚੱਲਾਂਗੇ, ਪਰ ਇਹ ਕਹਾਣੀ 26 ਤਰੀਕ ਤੱਕ ਦੀ ਵੀ ਨਹੀਂ ਹੈ, ਕਿਉਂਕਿ ਕਹਾਣੀ ਇਕੱਲੇ ਬਿੱਲ ਦੀ ਨਹੀਂ ਰਹਿ ਗਈ। 26 ਨੂੰ ਤਾਂ ਆਪਾਂ ਬਿੱਲਾਂ ਦਾ ਵਿਰੋਧ ਕਰਨ ਚੱਲੇ ਆ ਨਾ। ਉਸ ਤੋਂ ਬਾਅਦ ਵੀ ਮਿੱਤਰੋ ਪੰਜਾਬ ਬਹੁਤ ਕੁਝ ਮੰਗਦਾ, ਜਿਹੜਾ ਹੁਣ ਜਵਾਨੀ ਨੂੰ ਆਪਦਾ ਰੋਲ ਅਦਾ ਕਰਨਾ ਪੈਣਾ। ਫਿਲਮ ਹੀ ਹੈ ਨਹੀਂ ਇੱਕ, ਆ ਪੰਜਾਬ ਦੀ ਇਹਨਾਂ ਦਿਨਾਂ 'ਚ ਇੱਕ ਫਿਲਮ ਬਣ ਰਹੀ ਹੈ। ਇਹ ਫਿਲਮ ਰਿਲੀਜ਼ ਹੋਣੀ ਹੈ ਆਉਣ ਵਾਲੇ ਟਾਈਮਾਂ 'ਚ, ਜਦੋਂ ਆ ਜਿਹੜੇ ਖੜੇ ਆ 20-25 ਸਾਲਾਂ ਵਾਲੇ ਤੁਹਾਡੇ ਨਿਆਣੇ ਜਦੋਂ ਇਹ ਫਿਲਮ ਦੇਖਣਗੇ, ਜਦੋਂ ਫਿਲਮ ਦੇਖਣਗੇ ਤਾਂ ਕਹਿਣਗੇ ਹੀਰੋ ਸੀ ਤੁਸੀਂ ਉਸ ਵੇਲੇ ਦੇ, ਫਿਰ ਤੁਸੀਂ ਕਿੱਥੇ ਸੀ? ਕਦੇ ਹੋਇਆ ਕਿ ਵਿਲਨ ਹੀਰੋ ਤੋਂ ਜਿੱਤਿਆ ਹੋਵੇ? ਜਿੰਨੀਆਂ ਫਿਲਮਾਂ ਆਪਾਂ ਦੇਖਦੇ ਆ ਪੰਜਾਬੀ ਹਿੰਦੀ, ਇੱਥੇ ਹੁਣ ਕਿਤੇ ਨਾ ਹੋਵੇ ਕਿ ਵਿਲਨ ਹੀਰੋ ਤੋਂ ਜਿੱਤ ਕੇ ਤੁਰ ਜਾਏ। ਤੁਸੀਂ ਹੀਰੋ ਹੋ ਪੰਜਾਬ ਦੇ। ਸੋ ਇਹ ਵੱਡੀ ਚਿੰਤਾ ਹੈ, ਔਰ ਇਹ ਚਿੰਤਾ
डिप्रैशन ना बने, स्ट्रेस ना बने, ये चिंता चिंतन बन जाए। चिंतन मेरे ख्याल से एक जिंदगी है, एक किताब है बहुत बड़ी। चिंतन करिए आप पंजाब का सब पास्यों, धर्मां की राखी भी करनी है, आप राजनीति की राखी भी करनी है। आप हुण तुसीं देख लो, जदों अकाल तख्त साहब ते फैसले होंदे होणगे तां उदों राजनीति का कोई फैसला, जिवें अजकल लीडरां नूं आपां कहने आ, कोई भी राजनीतिक फैसला हुंदा सी तां देख लो धर्म की कसवट्टी ते खरा उतरदा सी। राजनीति च धर्म हुंदा सी पहलों, ताईं राजनीति सियाणे वर्गी सी। हुण धर्म च भी राजनीति है, हुण तां धर्म च भी राजनीति है। 4.5 साल असीं गालां कड्ढी जांदे आ, पिछले 6 महीने ऐसा उलझाउंदे आ, ऐसा उलझाउंदे असीं 4.5 साल फिर गालां कड्ढी जांदे आ। तां इस करके नौजवानी नूं बेनती करांगे, असीं तुहाडे भरा है, इन्हां जथेबंदियां वल्लों भी, प्रधान साहब वल्लों भी, इन्हां मावां वल्लों भी, इन्हां साडीआं भैणां वल्लों भी असीं नौजवानी नूं बेनती करांगे, बजुर्गां वल्लों भी, कि आओ यार सारे रल के जे लड़िए, एक जज्बे नाल लड़िए और एक मर्यादा नाल लड़िए। असीं सत्कार करते हैं इस जथेबंदी का, क्योंकि हर पासे जो रिपोर्ट मिलती है तो यही है कि यार कि एक डिसिपलिन है इस जथेबंदी दे विच, डिसिपलिन है। कई बारी बापू जोगिंदर सिंह होनी कहते हुंदे ना कि जे अज भी मैनूं कुछ हो जाए, असीं तां कहने कि मालक उन्हां नूं महाराज होर उमर देवे, हजे होर बल देवे, होर न्यावा मजबूत करके जाण। पर कई बारी सुनिया उन्हां तों असीं कि जे अज भी किते महाराज मैनूं बुला ले तां पिछे इन्ने सोहणे तरीके ये जथेबंदी डिजाइन हुई भी है, कड़ी च कड़ी मिली भी है, काम इदां ही चलदा रहूगा। तां जे यार एक जथेबंदी इदां दा काम करके दिखा सकदी है तां नौजवानी जे इन्हां जथेबंदियां दे नाल खड़े, इन्हां संघर्षां दे, इन्हां संघां दे नाल खड़े तां आपां की नहीं कर सकदे। सो आपां ਵਧਾਉਣੇ ਇੱਥੇ ਗੱਲ ਨੂੰ, बस ये फिक्र जा नाल लैके जाओ यार, है ना। असीं तां आउंदे रहना, 2 महीने हो गए सन तां सारे गाँव वालिਆਂ ਨੂੰ ਅਸੀਂ ਫਿਰਦੇ ਹਾਂ, पर रौला ये साडे कल्लिਆਂ ਦਾ ਵੀ नहीं है, रौला कल्ले बजुर्गों का भी नहीं है, रौला कल्लियां जथेबंदियां का भी नहीं है। इस वेले मोढे हुण थोड़े चाहिए है, थोड़े मोढियां ते हुण जदों संघर्ष लड़े जाणगे ना, तो फिर वो एक होर लैवल ते नैक्सट लैवल बोलते जिन्होंने, उत्थे मार पाऊगी फिर इस चीज़ की। सो आओ असीं अज दा गीत भी इसे करके लैके आए हैं। इस गीत दे विच भी हरफ ने जिहड़े बोल लिखे ना वो सारे इदां दे कि तुसीं इन्हां गीतां जरिए, इन्हां धरनिਆਂ जरिए, इन्हां स्पीकरां जरिए, इन्हां जथेबंदियां दा जनून दे जरिए जे तुहाडे विच असीं उस तरह दी एक अग पा सकदे हां कि आउण वाला टाइम कहोगे हुण असीं पंजाब दे लई लड़ांगे। पर पंजाब तां थोतों कल्ला ये थोड़ा कहंदा यार कि बंदूकां चक लो, रफला चक लो, नहीं। पंजाब तां कहंदा कि जोश ते होश, आ बैठा होश, आ सारा होश बैठा है, क्योंकि जो 60-70 साल लंघते हैं ना उम्र दे तो फिर होश आती है। कहते होंगे ना अकल बदाम खाण नाल नहीं आती, धक्के खाण नाल आती है, आ सारे खा खा के बैठे है। तो इस करके होश रज के है ते जोश थोड़े ते साडे च है। हुण जे जोश ते होश ऐदा धरनिਆਂ च इकट्ठा बहन लग जाए और गोष्ठियां करन लग जाए, विचार करन लग जाए, पंजाब दीयां गल्लां करन लग जाए, तो किद्दां सुधार नहीं होऊगा, मामूली होऊगा ना सुधार फिर। सो घरां च तुसीं भी सारे, हुण मेरी मां भी कई वारी कहण लग जांदी है, पुत्त कोई नहीं तू थोड़ा घट जावड़िया कर, सरकारां तुहाडे ते निगाह रखदियां जां होर कोई आए ना हो जाए, मैं भी कल्ला ही हां, मां प्यो दा कल्ला ही है। पर हुण किन्ना कुछ चिर मैं मेरे प्यो ने एक दिन कहा, मैं कहा बापू जी, मैं कहा अमृत छकिया होया तुहाडा? कहंदा हाँ छकिया। फिर मैं कहा तू चंगा लगदा मैनूं रोकदा? मैं कहा जिस दिन बाटे चों छकाया सी उन्हां प्यारिਆਂ ने ਜਾਂ गुरु साहब ने आप छकाया सी, ਤਾਂ मैं उस दिन गल्लां होईयां होणगीਆਂ उत्थे कि ਜਿਹਦੀ ਘੁੱਟ ਭਰਨ ਲੱਗਿਆ ਉਹਨੇ ਚਾਰੇ ਵਾਰੇ ਸੀ। ਤਾਂ ਇੱਥੇ ਤਾਂ मैं उदां दा कोई माहौल भी है नहीं कि गोलियां बंदूकां ਚੱਲ रहीਆਂ, ਇੱਥੇ ਤਾਂ मैं शांति ਨਾਲ प्रोटेस्ट हो रहे हैं। इस करके तुसीं भी जदों तुहाडे धीआं पुੱਤ आ के तुहाडे कोले मंजे दी बाही ते बहिंदे आ ना हੱਥ ने, ਤਾਂ जे तुसीं ਉਹਦੇ हो ਤਾਂ फिर आप दी ਜ਼ੁਬਾਨੀ बोलिया करो कि पुੱਤ ਹੁਣ ਸਾਨੂੰ नहीं तुहाडी लोड़, पंजाब ਨੂੰ ਤੁਹਾਡੀ ਲੋੜ है। सचजे तरीके नाल मर्यादा नाल लड़ाई लड़ो, हुल्लड़बाजियां की लोड़ नहीं है। दंगे उत्थे ही हुंदे जिथे हुल्लड़बाजियां, जिथे असीं डिसिपलिन भंग करते हैं। ऐदां किसी की हिम्मत नहीं है कि आके कह दे कि भाई तुसीं कुछ गलत कर रहे हो।
ਤੇ ਕਾਰਵਾਈ ਤਾਂ ਸਾਰੀ ਜਥੇਬੰਦੀਆਂ ਕਰ ਹੀ ਰਹੀਆਂ ਚੁੱਪ ਚਪੀਤੇ। 2 ਮਹੀਨੇ ਹੋ ਗਏ ਕਿਸੇ ਨੂੰ ਤੰਗ ਵੀ ਨਹੀਂ ਕੀਤਾ, ਪਰ ਨਾਸੀ ਧੂਆਂ ਉੱਥੇ ਲਿਆਂਦਾ ਵੀ ਪਿਆ। ਇੱਕ ਸਿਸਟਮ ਹੈ ਨਾ, ਇਹ ਸਿਸਟਮ ਨੂੰ ਜੇ ਅਸੀਂ ਸਾਰੇ ਫੋਲੋ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਫਿਰ ਹਾਰ ਕੇ ਮੁੜਾਂਗੇ, ਆਪਾਂ ਜਿੱਤ ਕੇ ਮੁੜਾਂਗੇ ਫਿਰ ਸਾਰੇ। ਸੋ ਇੰਨੀਆਂ ਬੇਨਤੀਆਂ, ਆ ਜਾਓ 4-5 ਵਾਰੀ ਆਵਾਜ਼ ਫੇਰ ਲਓ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸੋ ਇੱਕ ਮਾਵਾਂ ਲਈ ਗੀਤ ਜ਼ਰੂਰ ਗਾਉਂਗਾ, ਗਾ ਕੇ ਫਿਰ ਆਪਾਂ ਉਹ ਗਾਣਾ ਲਵਾਓ, ਫਿਰ ਆਪਾਂ ਸ਼ੁਰੂ ਕਰੀਏ ਉਹਦੇ ਨਾਲ। ਪਹਿਲਾਂ ਇੱਕ ਬੀਬੀਆਂ ਨੂੰ ਗਾਉਣਾ, ਜਿਹੜਾ ਮੈਂ ਗਾਣਾ ਗਾਉਣਾ ਨਾ, ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਜਿੰਨੀ ਜਵਾਨੀ ਖੜੀ ਹੈ ਸੁਣ ਲਿਓ। ਅਰਦਾਸ ਕਰਦਾ ਹੈ ਤੁਹਾਡੇ ਚੋਂ ਕੋਈ ਵੀ ਪੁੱਤ ਐਸਾ ਨਾ ਹੋਵੇ ਜਿਹੜਾ ਮਾਂ ਬਾਪ ਨੂੰ ਨਾ ਪੁੱਛਦਾ ਹੋਵੇ। ਅਰਦਾਸ ਕਰਦਾ ਮੈਂ ਕਿ ਸਾਰਿਆਂ ਨੇ ਰਾਜੇ ਰਾਣੀਆਂ ਬਣਾ ਕੇ ਰੱਖੇ ਹੋਣ ਆਪਦੇ ਮਾਂ ਬਾਪ, ਪਰ ਜੇ ਕੋਈ ਮੇਰੇ ਵਰਗਾ ਨਲਾਇਕ ਖੜਾ ਹੈ ਤਾਂ ਲਫ਼ਜ਼ ਸੁਣ ਲਿਓ, ਕਿਉਂਕਿ ਸਿੱਧੀ ਜੀ ਗੱਲ ਹੈ, ਇਸ ਪੂਰੇ ਬ੍ਰਹਿਮੰਡ ਦੇ ਵਿੱਚ ਜਿਹੜਾ ਆਪਦੀ ਮਾਂ ਦਾ ਨਹੀਂ, ਉਹ ਦੁਨੀਆ 'ਚ ਕਿਸੇ ਦਾ ਹੀ ਨਹੀਂ। ਕੋਰੇ ਕਾਗਜ਼ ਤੇ ਸਾਈਨ ਕਰਾ ਲਓ, ਕਿਉਂਕਿ ਕਹਾਣੀ ਉੱਥੇ ਹੀ ਚੱਲੀ ਆ, ਨਾੜੂਆ ਉੱਥੇ ਹੀ ਕੱਟਿਆ। ਜਿਹੜਾ ਮਾਂ ਦੇ ਪਾਸਿਓਂ ਆ ਕੇ ਓਲੇ ਰੱਖਦਾ ਹੈ, ਜਾਂ ਵੱਡਾ ਹੋ ਕੇ ਕਹਿੰਦਾ ਨੋਹਾ ਮਗਰ ਲੱਗਦਾ ਹੈ, ਜਾਂ ਹੋਰ ਸਾਨੂੰ ਤੁਹਾਡੇ ਚੋਂ ਬੋ ਆਉਂਦੀ ਹੈ, ਜਾਂ ਤੁਹਾਡੇ ਨਾਲ ਸਾਡੇ ਖਿਆਲ ਨਹੀਂ ਮਿਲਦੇ ਹੈ, ਜਾਂ ਕੁਝ ਹੋਰ ਕਿਸੇ ਲਾਲਚ ਵਸ ਪੈ ਕੇ, ਤਾਂ ਫਿਰ ਹਿਸਾਬ ਲਾ ਲਓ ਬਾਬਾ, ਜਿਹੜਾ ਆਪਦੀ ਮਾਂ ਦਾ ਨਹੀਂ ਨਾ ਹੈਗਾ। ਲੱਖ ਫੇਸਬੁੱਕ ਤੇ ਕਹਿ ਲਓ ਕਿ ਮੇਰਾ 1 ਲੱਖ ਫਰੈਂਡ ਹੈ, ਉਹ ਕਿਸੇ ਦਾ ਹੀ ਨਹੀਂ ਹੈ। ਸੋਨਾ ਮਾਵਾ ਵੱਲੋਂ ਇਹ ਬੇਨਤੀ ਕਰਨ ਲੱਗਿਆ ਮੈਂ, ਜਿੰਨਾ ਕੋਲੇ ਮਾਵਾ ਹੈ ਨੀ, ਉਹ ਪੁੱਛੀ ਦੁੱਖ ਸੋਹਣਿਆ, ਉਹ ਛਾ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ। ਉਹ ਬੰਦਾ ਰੋਂਦਾ ਪਿੱਛੋਂ, ਉਹ ਬੰਦਾ ਰੋਂਦਾ ਪਿੱਛੋਂ, ਉਹ ਵੇਖ ਵੇਖ ਥਾਵਾਂ, ਉਹ ਦੁੱਧਾਂ ਨਾਲ ਪੁੱਤ ਪਾਲ ਕੇ, ਕਿਉਂ ਪਿੱਛੋਂ ਪਾਣੀ ਨੂੰ ਨਾ ਛੇੜ ਉੱਥੇ ਰੱਖੀ, ਕਿਉਂ ਪਿੱਛੋਂ ਪਾਣੀ ਨੂੰ ਉਹ ਤਰਸਦੀਆਂ ਇਹ ਮਾਵਾਂ, ਉਹ ਦੁੱਧਾਂ ਨਾਲ ਪੁੱਤ ਪਾਲ ਕੇ। ਸਾਬੀ ਦੀਆਂ ਸਾਂਭਲਾ ਇਹ ਮਾਂ ਤੇ ਰੱਬ ਰੂਪ ਹੈ, ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ। ਲਿਖਿਆ ਨਾ ਸਾਡੇ ਪਿਓ ਨੇ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾ, ਇਹੋ ਹੈ। ਸਾਬੀ ਦੀਆਂ ਸਾਂਭਲਾ ਇਹ ਮਾਂ ਤੇ ਰੱਬ ਰੂਪ ਹੈ, ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ। ਉਹ ਤਾਈਓ ਮੈਂ ਵੀ ਵੀਰਾ, ਉਹ ਤਾਈਓ ਮੈਂ ਵੀ ਵੀਰਾ, ਉਹ ਬੇਬੇ ਬੇਬੇ ਗਾਵਾਂ, ਉਹ ਦੁੱਧਾਂ ਨਾਲ ਪੁੱਤ ਪਾਲ ਕੇ, ਕਿਉਂ ਪਿੱਛੋਂ ਪਾਣੀ ਨੂੰ ਉਹ ਤਰਸਦੀਆਂ ਇਹ ਮਾਵਾਂ, ਉਹ ਦੁੱਧਾਂ ਨਾਲ ਪੁੱਤ ਪਾਲ ਕੇ, ਉਹ ਦੁੱਧਾਂ ਨਾਲ ਪੁੱਤ ਪਾਲ ਕੇ, ਉਹ ਦੁੱਧਾਂ ਨਾਲ ਪੁੱਤ ਪਾਲ ਕੇ, ਉਹ ਚਾਵਾਂ ਨਾਲ ਲਾਡਾਂ ਨਾਲ ਹੱਕ ਨਾਲ ਸੋਹਣੇ ਯਾਰ, ਉਹ ਪੁੱਤ ਪਾਲ ਕੇ। ब्यूरो रिपोर्ट रंगला टीवी।